एक मेरा मैसेज ਜਿਹੜੇ ਭਾਈ ਕਾਰੋਬਾਰ ਨਵਾਂ ਕਰਦੇ ਨੇ ਫਾਰਮ ਦਾ ਉਹਨਾਂ ਦਾ ਸ਼ੌਕ ਹੈ ਫਾਰਮ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਇਹ مشورہ ਦੇਣਾ ਕਿ ਜੇ ਤੁਸੀਂ ਉਸ ਫਾਰਮ ਨੂੰ ਟਾਈਮ ਨਹੀਂ ਨਾ ਦੇ ਸਕਦੇ ਉਸ ਫਾਰਮ ਨੂੰ ਤੁਹਾਡਾ ਭਾਈ ਤੁਸੀਂ ਜਾਂ ਤੁਹਾਡਾ ਕੋਈ ਵਾਲਦ ਉਸ ਫਾਰਮ ਨੂੰ ਜਾਂ ਉਸ ਆਪਣਾ ਮਾਲ ਨੂੰ ਟਾਈਮ ਨਹੀਂ ਦੇ ਸਕਦਾ ਉਹ ਬਿਲਕੁਲ ਹਰਗਿਜ਼ ਇਹ ਕੰਮ ਨਾ ਕਰਨ। ਇਹ ਕੰਮ ਬਹੁਤ ਜ਼ਿੰਮੇਵਾਰੀ ਦਾ ਇਹਨੂੰ ਟਾਈਮ ਦੇਣਾ ਚਾਹੀਦਾ ਨੌਕਰਾਂ ਤੇ या किसी ते छड्डण वाली या ये जिहड़ी है ना बिल्कुल इस काम दे विच बिल्कुल गफलत लापरवाही नहीं चाहिए। अच्छी वीडियोस के लिए हमारे चैनल किसान दोस्त 311 को सब्सक्राइब करें और दोस्तों के साथ शेयर करना मत भूलिए। शुक्रिया। बिस्मिल्लाहिर्रहमानिर्रहीम। अस्सलाम वालेकुम तमाम मेरे दोस्तों के वीरां दा की हाल है। मैं शेब कालू जी ये साडे भाई जानवर रखते हैं मझां का व्यापार करते हैं जिहदे ये तोकड़ मझ लैंदे ने उस तो बाद साल 6 महीने उन्हों का ध्यान रखते हैं तो उस तो बाद सेल करते हैं जिहदे इन्हों काफ़ी प्रॉफिट है तो काफ़ी अरसे तो भाई काम कर रहे हैं अपनी जॉब के नाल गौरमेंट की जॉब है नाल अपना व्यापार का काम घर का रोज़गार अच्छा चला रहे हैं। तो आओ असी अपने भाई नाल तुहानूं मिलाने जिन्होंने सारा एस्टीमेट किवें तय किया कितना खर्चा किया तो किवें गर्मी तो बचा रहे हैं की तरीकेकार है इन्हों रखन का जानवरों नूं। अस्सलाम वालेकुम भाई। वालेकुम अस्सलाम। अच्छा भाई अपना नाम दस दिओ पहले। मेरा नाम जी खुरमशहजाद। खुरमशहजाद इलाका किहड़ा अपना? जिला टोबा टेक सिंह तहसील गोजरा चक नंबर 311 जींबे चंग रोड ते। अच्छा सर मैं जिवें कि तुहानूं पहले वीडियो दे विच जानवर दिखा चुके हाँ इन्हां जानवरों के बारे इन्फॉर्मेशन तुहाडे कोल लवांगे कि तुसीं किवें व्यापार जिहड़ा करदे हो मंडी 'चों जानवर खरीददे हो किहड़ी मंडी यूज़ करदे हो। तो सब तो पहले सानूं तुसीं ये दसना है कि ये किन्ने सालों का काम शुरू कीता सी ते कदों तो तुसीं सोच पैदा होई ते काम स्टार्ट कर लिया ते करना स्टार्ट कीता? अच्छा काम असीं ना शुरू तो करने अपना दादा तो वालद तो असीं ये नहीं भी कि हुण वो काम शुरू किया प्यो दादे तो काम करन डे जट बंदे आ ते असीं अपना शुरू तो फिर काम करने माशाअल्लाह साढ़े कोल जानवर है ना इस टाइम कोई 25 का। अच्छा 25 जानवर ते उहदे विच मੱਝਾਂ ते गाइयां किन्नियां ने? मੱਝਾਂ साढ़े कोल हैं तकरीबन 12। अच्छा 3 गाइयां ने ते गाइयां दा शौक भी नहीं वैसे वेखो वेखी रखियां ने शुरू तो जड़ियां ज़्यादा वो मੱਝਾਂ ही रखने। अच्छा हाँ जी ते मतलब बाकी छोटे जान है? छोटे जान है ਤੇ ਜਿਹੜਾ ਤੁਸੀਂ ਮੱਝਾਂ ਦਾ ਵਪਾਰ ਮੇਨ ਕਰਦੇ ਹੋ ਇਹ ਕਿੰਨੀ ਦੇਰ ਤੋਂ ਸਟਾਰਟ ਕਰ ਲਿਆ ਵਪਾਰ ਕੀ ਫਾਇਦਾ ਤੁਸੀਂ ਵੇਖਿਆ ਜੀ? ਇਹਨੂੰ ਤੁਸੀਂ ਵਪਾਰ ਕਹਿ ਲਓ ਜਾਂ ਇਹਨੂੰ ਕੋਈ ਜਿਸ ਤਰ੍ਹਾਂ ਮਰਜ਼ੀ ਸਮਝ ਲਓ ਅਸੀਂ ਨਾ ਇਨਕਮ ਕਰ ਰਹੇ ਹਾਂ ਵੀ ਤਾਜ਼ੀਆਂ ਮੱਝਾਂ ਜਿਹੜੀਆਂ ਅਸੀਂ ਉਹ ਵੇਚਨੇ ਆ ਤੇ ਟੋਕੜਾ ਮੱਝਾਂ ਜਿਹੜੀਆਂ ਨੇ ਉਹ ਅਸੀਂ ਲੈ ਕੇ ਆਉਂਦੇ ਆ ਇਲਾਕੇ 'ਚੋਂ ਲੈ ਲਈਏ ਯਾਨੀ ਕਿ ਫੈਸਲਾਬਾਦੋਂ ਮੰਡੀ ਮੱਲੂ ਮੋੜ ਹੋਈ ਗੋਜਰਾ ਮੰਡੀ ਹੋਈ ਇੱਥੋਂ ਅਸੀਂ ਨਾ ਲਿਆ ਕੇ ਤੇ ਆਪਣਾ ਟੋਕੜਾ ਮੱਝਾਂ ਕੋਈ 2-2 4-4 ਕਿਲੋ ਦੁੱਧ ਵਾਲੀਆਂ ਵੀ ਹੋਣ। ਤੇ ਟੋਕੜ ਮੱਝ ਤੁਹਾਨੂੰ ਕਿੰਨੇ ਦੀ ਲੱਭ ਜਾਂਦੀ ਮੰਡੀ 'ਚੋਂ? ਤੋਕੜ ਮੱਝ ਜਿਸ ਤਰ੍ਹਾਂ ਕਿ ਹੁਣ ਉਹ ਸਾਹਮਣੇ ਮੱਝ ਉਹ ਅਸੀਂ 73000 ਦੀ ਲਈ ਹੈ। ਅੱਛਾ 73000 ਦੀ ਲਈ ਤੇ ਆਉਂਦਾ ਹੀ ਉਹ ਬਣ ਗਈ 2-3 ਕਿਲੋ ਦੁੱਧ ਵੀ ਦਿੰਦੀ ਸੀ। ਉਹ ਹੁਣ ਸਾਡੇ ਕੋਲ ਆਪਣਾ ਸੂਣ ਦਾ ਟਾਈਮ 10-11 ਮਹੀਨੇ ਜਿਹੜੇ ਉਹ ਫਿਰ ਉਹਨੇ ਸਾਡੇ ਕੋਲ ਰਹਿਣਾ ਤੇ 73000 ਦੀ ਲਈ ਸੀ ਉਹ ਥੋੜੇ ਤੋਂ ਥੋੜਾ ਵੀ 1,70,000 ਦੀ ਯਾਨੀ ਕਿ ਸਾਨੂੰ ਲੱਖ ਰੁਪਇਆ ਉਹ ਦੇ ਜੇਗੀ ਬਾਜੇਗਾ ਇਨਸ਼ਾਅੱਲਾ। मतलब ऐसे प्रॉफिट ਨੂੰ ਤੁਸੀਂ ਮਾਈਂਡ 'ਚ ਰੱਖ ਕੇ ਆਪਣਾ ਇਹ ਮਤਲਬ ਬਿਜ਼ਨਸ ਕਹਿ ਲਓ ਕਿ ਬਿਜ਼ਨਸ ਹੀ ਹੋ ਗਿਆ। ਬਿਜ਼ਨਸ ਕਹਿ ਲਓ ਠੀਕ ਬਿਜ਼ਨਸ ਹੀ ਕਹਿ ਲਓ ਬਾਕੀ ਇਹ ਗੱਲ ਹੈ ਵੀ ਜਿਹੜਾ ਨਾ ਤਾਜ਼ੀਆਂ ਮੱਝਾਂ ਰੱਖਣੀਆਂ ਉਹ ਜ਼ਰਾ ਜ਼ਿਆਦਾ ਜ਼ਿੰਮੇਵਾਰੀ ਦਾ ਕੰਮ ਹੈ ਤੇ ਭਾਈ ਛੋਟੇ ਇੱਥੇ ਕਰਵਾਉਂਦੇ ਨੇ ਮੈਂ ਤੇ ਇੱਥੇ ਹੁੰਦਾ ਨਹੀਂ ਤੇ ਉਹ ਭਾਈ ਕਰਵਾਉਂਦੇ ਨੇ ਉਹ ਜ਼ਿਆਦਾ ਜ਼ਿੰਮੇਵਾਰੀ ਦਾ ਕੰਮ ਹੈ ਉਹਨਾਂ ਦਾ ਖਲ ਦਾ ਵੰਡੇ ਦਾ ਪਾਣੀ ਦਾ ਸਾਰਾ ਉਹਨਾਂ ਦਾ ਪੱਠੇ ਦਾ ਸਾਰਾ ਬੜਾ ਉਹਨਾਂ ਦਾ ਆਪਣਾ ਮੇਨਟੇਨ ਰੱਖਣਾ ਪੈਂਦਾ ਜਿਹਦੀ ਵਜ੍ਹਾ ਤੋਂ ਅਸੀਂ ਤੋਕੜ ਮੱਝ ਲੈਂਦੇ ਆ ਉਹਨੂੰ ਪੱਠੇ ਦਾ ਵੀ ਖਾਲ ਵੰਡੇ ਦਾ ਵੀ ਹੋ ਜਾਏ ਜਿਹੜਾ ਕੋ ਆਪਣਾ 2 ਕਿਲੋ ਦਵੇ ਤੇ ਉਹ ਚੋ ਲਿਆ ਤੇ ਆਪਣਾ ਵੈਸੇ ਅਸੀਂ 2 ਮੱਝਾਂ ਜਿਹੜੀਆਂ ਨੇ ਉਹ ਤਾਜ਼ੀਆਂ ਅਸੀਂ ਰੱਖਨੇ ਆ ਘਰ ਇੱਕ ਆ ਮੱਝ 2 ਮੱਝਾਂ ਇਹ ਤਾਜ਼ੀਆਂ ਨੇ ਬਾਕੀ 2-2 4-4 ਕਿਲੋ ਸਾਰੀਆਂ ਦੇਣੀਆਂ। ਅੱਛਾ ਆਪਣੇ ਕੋਲ ਇਸ ਟਾਈਮ ਸਭ ਤੋਂ ਮਤਲਬ ਜਿਹੜੀ ਜ਼ਿਆਦਾ ਐਵਰੇਜ ਦੁੱਧ ਦੇ ਰਹੀ ਹੈ ਉਹ ਕਿੰਨਾ ਐਵਰੇਜ ਆ ਤੇ ਕਿੰਨੇ ਤੱਕ ਸਭ ਤੋਂ ਮਹਿੰਗੀ ਮੱਝ ਤੁਹਾਡੇ ਕੋਲ ਖਲੋਤੀ ਆ ਇਸ ਟਾਈਮ? ਸਾਡੇ ਕੋਲ ਮੱਝ ਇੱਕ ਆਈ ਘਰ ਦੀ ਝੋਟੀ ਸੀ ਤੀਸਰੇ ਸੂਏ ਸੂਈ ਹੈ ਅਸੀਂ ਵੇਚਦੇ ਵੀ ਨਹੀਂ ਤੇ ਇਹੋ ਹੀ ਰੱਖੀ ਹੈ ਤੇ ਇਹ ਦੁੱਧ ਤਕਰੀਬਨ 13 ਲੀਟਰ ਦਿੰਦੀ ਹੈ ਉਹ ਅਸੀਂ ਚੋਈ ਜਾਂਦੇ ਇਹਦਾ 2.5 ਲੱਖ ਰੁਪਈਆ ਲੱਗਾ ਸੀ ਸਾਨੂੰ ਤੋਂ ਅਸੀਂ ਨਹੀਂ ਦਿੱਤੀ ਬਸ 2 ਮੱਝਾਂ ਤਾਜ਼ੀਆਂ ਬਾਕੀ ਗਾਈਆਂ ਵੀ ਦਿੰਦੀਆਂ ਨੇ ਗਾਈਆਂ ਤਾਜ਼ੀਆਂ ਲਈਆਂ ਸਨ ਤੇ ਸ਼ੌਕ ਕੋਈ ਨਹੀਂ ਸੀ ਲੇਕਿਨ ਉਹਨਾਂ ਨੇ ਐਡਾ ਕੋਈ ਮਜ਼ਾ ਨਹੀਂ ਕਰਾਇਆ ਜਾਂ ਸਾਡੇ ਕੋਲ ਉਹਨਾਂ ਦੀ ਆਪਣਾ ਮੈਨੇਜਮੈਂਟ ਨਹੀਂ ਹੋ ਸਕੀ ਜਾਂ ਜਿਵੇਂ ਵੀ। ਤੇ ਇਹਨਾਂ ਨੂੰ ਦੁੱਧ ਦੀ ਜ਼ਿਆਦਾ ਪੈਦਾਵਾਰ ਲੈਣ ਲਈ ਵੰਡਾ ਜਾਂ ਖਾਲ ਚੋਕਰ ਕੀ ਯੂਜ਼ ਕਰ ਰਹੇ ਹੋ ਜਿਹਦਾ ਦੁੱਧ ਜ਼ਿਆਦਾ ਵਧਾਉਣ ਜਾਨਵਰ? ਹਾਂਜੀ ਹਾਂਜੀ ਉਹ ਵੀ ਤੁਹਾਨੂੰ ਅਸੀਂ ਨਾ ਪਹਿਲੋਂ ਆਪਣਾ ਇਹਨਾਂ ਨੂੰ ਪਾਉਂਦੇ ਸਾਂ ਖਾਲ ਤੋਂ ਬਾਅਦ ਅਸੀਂ ਫਿਰ ਇਹਨਾਂ ਨੂੰ ਪਾਉਂਦਾ ਪਏ ਮੰਮਣੀ ਵੰਡਾ
ਮੰਮਣੀ ਵੰਡੇ ਤੋਂ ਬਾਅਦ ਫਿਰ ਇੱਥੇ ਸਾਡੇ ਇੱਥੇ ਆਪਣਾ ਗੋਜਰੇ ਪਲਾਂਟ ਲੱਗਾ ਹੈ ਵੰਡੇ ਦਾ, ਉੱਥੋਂ ਅਸੀਂ ਵੰਡਾ ਲਿਆ ਕੇ ਇਹਨਾਂ ਨੂੰ ਪਾਈ ਦਾ ਤੇ ਨਾਲ ਖਲ ਵੀ ਪਾਈ ਦੀ। ਜਿਹੜੀਆਂ ਤਾਜ਼ੀਆਂ ਮੱਝਾਂ ਨੂੰ ਖਲ ਪਾਉਂਦੇ, ਦੂਸਰੀਆਂ ਨੂੰ ਅਸੀਂ ਵੰਡਾ ਜਿਹਨੂੰ ਪਹਾੜੇ ਤੇ ਕਹਿ ਲਓ, ਪਹਾੜੇ ਤੇ ਚੋਨੇ ਆ। ਕਿੰਨੀ ਕੈਵਰੀ ਵੱਜ ਜਾਂਦੀ ਦੁੱਧ ਦੀ ਵੰਡੇ ਨਾਲ? ਤਕਰੀਬਨ ਠੀਕ ਹੀ ਹੈ ਵੰਡਾ, ਤਕਰੀਬਨ 2 ਕਿਲੋ ਵੰਡਾ ਪਾ ਦੀਦਾ, ਕੁਝ 4-4 ਕਿਲੋ ਖਲ ਇਸ ਤਰ੍ਹਾਂ ਪਾ ਕੇ ਤੇ ਚੋਲੀ ਦੀਆਂ ਨੇ। ਅੱਲਾ ਅੱਲਾ ਤੇ ਖੈਰ ਸੱਲਾ, ਦੁੱਧ ਵੀ ਉਹਨਾਂ ਨੂੰ ਜ਼ਾਰੀ ਬਾਤ ਹੈ, ਦੁੱਧ ਹੀ ਵੱਧਦਾ। ਹਾਂ ਇੱਕ ਗੱਲ ਜਿਹੜੀ ਉਹ ਇਹ ਵੇ ਕਿ ਅਸੀਂ ਇਹਨਾਂ ਨੂੰ ਥਿੰਦਾ ਦਿੰਦੇ ਆ। ਅੱਛਾ, ਥਿੰਦਾ ਅਸੀਂ ਇਹਨਾਂ ਨੂੰ ਦਿੰਦੇ ਆ, ਇਹਨਾਂ ਨੂੰ ਪੱਠੇ ਪੈਣ ਨਾ ਪੈਣ, ਥੋੜੇ ਪੈਣ ਬਹੁਤੇ ਪੈਣ, ਜਿੰਨੇ ਵੀ ਜਾਨਵਰ ਨੇ ਸਾਰੇ ਦੁੱਧ ਵੀ ਦਿੰਦੇ ਨੇ, ਅੱਗੋਂ ਸੂਣ ਵਾਲੇ ਵੀ ਨੇ। ਤੇ ਅਸੀਂ ਇਹਨਾਂ ਨੂੰ ਆਪਣਾ ਤੇਲ, ਹੁਣ ਤਾਂ ਤੇਲ ਹੀ ਆਪਣਾ ਗਰਮੀ ਜੀ ਇਹਨੂੰ ਤੇਲ ਅਸੀਂ ਦੇ ਰਹੇ ਹਾਂ, ਤੇ ਜੋ ਸਰਦੀ ਹੁੰਦੀ ਉਹਦੇ ਅਸੀਂ ਘਿਓ ਦਿੰਦੇ ਹਾਂ ਜ਼ਿਆਦਾਤਰ ਦਾਦੜ ਮਿਰਚਾਂ ਦੇ ਵਿੱਚ। ਇਹ ਕੋਈ ਹੋਰ ਜ਼ਿਆਦਾ ਵੰਡੇ ਦੇ ਆਪਣਾ ਪਾਣ ਦੀ ਕੋਈ ਨਹੀਂ ਲੋੜ, ਮਸਾਲੇ ਦੇਣ ਦੀ ਕੋਈ ਨਹੀਂ ਲੋੜ, ਇਹ ਕੋਈ ਬਸ ਅਸੀਂ ਮਿਰਚਾਂ ਦੇਈ ਜਾਂਦੇ ਹਾਂ। ਅੱਲਾ ਅੱਲਾ ਕਿੰਨਾ ਟੋਟਲੀ ਤੁਸੀਂ ਆਪਣੇ ਜਾਨਵਰਾਂ ਕੋਲ ਜਿਹੜਾ ਦੁੱਧ ਲੈ ਰਹੇ ਹੋ, ਪੈਦਾਵਾਰ ਕਿੰਨੀ ਹਾਸਲ ਕਰ ਰਹੇ ਹੋ ਸਾਰੇ ਜਾਨਵਰਾਂ ਨੂੰ ਜਿਹੜੇ ਦੇਣ ਦੇ? ਹਾਂਜੀ, ਅਸੀਂ ਆਪਣਾ ਜਿਹੜਾ 2 ਤਾਜ਼ੀਆਂ ਮੱਝਾਂ ਵੀ ਨੇ, ਗਾਈਆਂ ਵੀ ਨੇ, ਕੋਈ ਸਾਰੀਆਂ ਕੋਈ 2-2 4-4 5-5 ਕਿਲੋ ਸਾਰੇ ਵਿੱਚ ਡੰਗਰ ਮੁਖਤਲਿਫ ਡੰਗਰ ਸਾਰੇ ਦੁੱਧ ਦਿੰਦੇ ਨੇ। ਤੇ ਦੁੱਧ ਸਾਡੇ ਕੋਲ ਤਕਰੀਬਨ ਹੈ 45 ਕਿਲੋ 50, ਇੰਨਾ ਅਸੀਂ ਦੁੱਧ ਹੀ ਦਿੰਦੇ ਹਾਂ ਤੇ ਘਰ ਵੀ ਅਸੀਂ ਰੱਖਦੇ ਹਾਂ। ਤੇ ਜੀ ਤੁਹਾਡੇ ਨਾਲ ਤੁਹਾਡੇ ਭਾਈ ਨੇ, ਉਸ ਤੋਂ ਇਲਾਵਾ ਤੁਹਾਡੇ ਕੋਲ ਮਤਲਬ ਕੋਈ ਤੁਸੀਂ ਕੰਮ ਬੰਦਾ ਵੀ ਰੱਖਿਆ ਕਿ ਹਾਂਜੀ, ਆਪ ਜਾਂ ਮੈਨੇਜ ਕਰਨ ਦੇ? ਨਹੀਂ ਨਹੀਂ, ਅਸੀਂ ਆਪਣਾ ਛੋਟਾ ਭਾਈ ਹੈ ਮੇਰੇ ਤੋਂ, ਤੇ ਬਾਕੀ 3 ਸਾਡੇ ਕੋਲ ਮੁਲਾਜ਼ਮ ਨੇ, ਤੇ ਸਾਡੇ ਕੋਲ ਤਕਰੀਬਨ 40 ਕਿੱਲਿਆਂ ਦਾ ਜ਼ਿਮੀਂਦਾਰਾ ਵੀ ਹੈ, ਸਹੀ, ਉਹ ਅਸੀਂ ਕਰਨੇ ਆ। ਤੇ ਇਹ ਸਾਰੇ ਤੁਹਾਡੇ ਮਤਲਬ ਦੁੱਧ ਦੀ ਪੈਦਾਵਾਰ ਚੋਂ ਖਰਚੇ ਨਿਕਲ ਜਾਂਦੇ ਨੇ, ਜਾਂ ਕਿ ਤੁਸੀਂ ਜਾਨਵਰ ਜਿਹੜਾ ਵੇਚਦੇ ਹੋ ਉਹਦੇ ਚੋਂ ਖਰਚਾ ਕੱਢਦੇ ਹੋ? ਇਸ ਤਰ੍ਹਾਂ ਹੈ ਕਿ ਜੇ ਦੁੱਧ ਵੇਚੀਦਾ ਨਾ, ਅਸੀਂ ਡੇਲੀ ਤੇ ਡੇਲੀ ਜਿਹੜਾ ਵੀ ਦੁੱਧ ਸ਼ੁੱਧ ਉਹਨਾਂ ਦਾ ਹੁੰਦਾ ਵਿਕ ਜੇ, 70 ਦਾ ਵਿਕ ਜੇ, ਉਹਦਾ ਅਸੀਂ ਖਾਲ ਵੰਡਾ, ਨੌਕਰਾਂ ਦੀ ਤਨਖਾਹ, ਕੋ ਆਪਣਾ ਟਰੈਕਟਰ 'ਚ ਤੇਲ ਪਾ ਲਿਆ, ਜ਼ਿਮੀਂਦਾਰਾ ਵੀ ਕੋਈ ਐਡਾ ਕੋਈ ਪੱਕਾ ਜਿਹੜਾ ਨਾ ਬੱਚਤ ਜਾਂ ਐਡਾ ਕੋਈ ਬਰੀਕੀ ਜੀ ਆ ਕੇ ਅਸੀਂ ਹਿਸਾਬ ਨਹੀਂ ਕੀਤਾ। ਮਤਲਬ ਦੁੱਧ ਦੇ ਪੈਦਾਵਾਰ ਚੋਂ ਤੁਹਾਡਾ ਸਾਰਾ ਖਰਚਾ ਮੈਨੇਜ ਹੋ ਜਾਂਦਾ, ਇਨਸ਼ਾਅੱਲਾ ਹੋ ਜਾਂਦਾ ਸਾਡਾ, ਬਾਕੀ ਸਾਰਾ ਪ੍ਰੋਫਿਟ ਤੇ? ਹਾਂ ਪ੍ਰੋਫਿਟ ਹੈ। ਬਾਕੀ ਮੱਝਾਂ ਨੇ ਕੋਈ ਨਾ ਕੋਈ ਹਰ ਮਹੀਨੇ ਕੋਈ ਨਾ ਕੋਈ ਬਣੀ ਰਹਿੰਦੀ ਹੈ, ਟੁੱਕੀ ਰਹਿੰਦੀ ਹੈ, ਉਹ ਵੇਚ ਲਈਦੀ ਹੈ। ਤੇ ਹੁਣ ਕੋਈ ਕੁਰਬਾਨੀ ਵਾਸਤੇ ਸਨ ਜਾਨਵਰ, ਉਹ ਜਿਸ ਤਰ੍ਹਾਂ ਸਾਹਮਣੇ ਫਾਰਮ ਬਣਾਇਆ ਉੱਥੇ ਉਹ ਸੇਲ ਕਰ ਛੜੇ ਨੇ, ਤੇ ਹੁਣ ਇਸ ਤੋਂ ਬਾਅਦ ਇਨਸ਼ਾਅੱਲਾ ਉਹਨਾਂ 'ਚ ਨਵੇਂ ਦੁਬਾਰਾ ਪਾਵਾਂਗੇ। ਸਹੀ। ਤੇ ਜਿਹੜਾ ਤੁਸੀਂ ਮਤਲਬ ਟੋਕਰ ਕਹਿੰਦੇ ਹੋ 70-80 ਹਜ਼ਾਰ ਦੀ, ਲੱਖ ਦੀ ਲੈਂਦੇ ਹੋ, 2 ਦੀ ਵੇਚ ਜਾਂਦੀ ਹੈ, 190 ਦੀ ਵੇਚ ਗਈ, ਰੁਪਈਆ ਲੱਖ ਅਗਰ ਤੁਹਾਨੂੰ ਬਚ ਗਿਆ? ਨਹੀਂ, ਇਸ ਤਰ੍ਹਾਂ ਗੱਲ ਹੈ ਨਾ ਬਈ ਉਹ 70,000 ਦੀ 73,000 ਦੀ ਲਈ, ਇਸ ਤਰ੍ਹਾਂ ਜਿਹੜਾ ਨਾ ਸੌਦਾ ਢੋ ਨਾ ਉਹ ਕਦੀ ਕਦੀ ਹੈ, ਤੇ ਉਹਦੇ ਨਾਲ ਉਹਨਾਂ ਮੱਝ ਵੱਜੀ ਅਸੀਂ ਲੱਖ ਦੀ ਲੈ ਕੇ ਆਏ ਆ, ਇੱਕ ਮੱਝ ਹੋਰ ਉਹ 1 ਲੱਖ ਤੇ 16,000 ਦੀ ਲੈ ਕੇ ਆਏ। ਇਸ ਤਰ੍ਹਾਂ ਯਾਨੀ ਕਿ ਜਿਹੜੀ ਸਹੀ ਮੱਝ ਸਿੱਧੀ ਪੱਧਰੀ ਹੈ, ਢੋ ਨਾ ਜਾਨਵਰ ਲੱਭ ਜਾਂਦਾ, ਕੋਈ ਜ਼ਰੂਰਤਮੰਦ ਵੇਚ ਵੀ ਲੈਂਦਾ। ਲੇਕਿਨ ਅਸੀਂ ਜਿਹੜਾ ਨਾ ਆਪਣਾ ਇੱਥੇ ਕੀ ਤੋਕੜ ਮੱਝ ਦੀ ਐਵਰੇਜ ਹੁੰਦੀ ਹੈ 1 ਲੱਖ 10 7 ਲੱਖ ਤੋਂ ਯਾਨੀ ਕਿ ਉੱਪਰ ਹੀ ਹੁੰਦੀ, ਜਿਹੜੀ ਸੋਹਣੀ ਸੁਨੱਖੀ ਮੱਝ, ਸਿੰਘ ਸੋਹਣੇ ਹੋਣ, ਉਮਰ ਸੋਹਣੀ ਹੋਵੇ, ਆਪਣਾ ਕੱਦ ਸ਼ੱਦ ਠੀਕ ਹੋਵੇ, ਉਹ ਜਿਹੜੀ ਲੱਖ ਤੋਂ ਉੱਤੇ ਜਾ ਕੇ ਲੱਭਦੀ। ਤੇ ਜਦੋਂ ਤੁਸੀਂ ਕੋਈ ਜਾਨਵਰ ਖਰੀਦਦੇ ਹੋ ਮੰਡੀ 'ਚੋਂ ਜਾ ਕੇ, ਤੇ ਉਹ ਅੱਛਾ ਜਾਨਵਰ ਖਰੀਦਣ ਦੀਆਂ ਨਿਸ਼ਾਨੀਆਂ ਕੀ ਨੇ, ਕੀ ਵੇਂਦੇ ਹੋ ਜਾਨਵਰ 'ਚ ਕਿ ਤਾਂ ਕਿ ਦਾ ਮੁੱਲ ਅੱਗੋਂ ਜਾ ਕੇ ਜ਼ਿਆਦਾ ਲੱਗੇ ਜਦੋਂ ਗੱਭਣ ਹੋ ਜਾਏ? ਹਾਂਜੀ, ਇਹ ਆਪਣਾ ਇਸ ਤਰ੍ਹਾਂ ਗੱਲ ਹੈ ਵੀ ਅਸੀਂ ਪਹਿਲੀ ਤੇ ਜਿਹੜੀ ਉਹਦੀ ਉਮਰ ਵੇਖਦੇ ਹਾਂ, ਉਮਰ ਲਵੀ ਹੋਵੇ, ਸਿੰਘ ਸੋਹਣੇ ਹੋਣ, ਧੌਣ ਬਰੀਕ ਹੋਵੇ, ਪੁੱਠਾ ਪਿੱਛੇ ਚੌੜਾ ਹੋਵੇ, ਥਾਣ ਛੋਟੇ ਹੋਣ, ਮੁੱਠ ਭਰ ਹੋਣ, ਪੁਛਲ ਹੋਵੇ, ਕੱਦ ਸ਼ੱਦ ਠੀਕ ਹੋਵੇ, ਇਹੋ ਚੀਜ਼ਾਂ ਨੋਟ ਕਰੀਦੀਆਂ। ਤੇ ਇਹ ਤੁਹਾਡਾ ਜਿਹੜਾ ਖਰਚਾ ਆ, ਇਹ ਕਿੰਨਾ ਕੁ ਐਸਟੀਮੇਟ ਸੀਗਾ ਜਿਹੜਾ ਤੁਸੀਂ ਆ ਕੀਤਾ ਹੈ? ਹਾਂ, ਜਿਹੜਾ ਜਗ੍ਹਾ ਤੇ ਅਸੀਂ ਖਰਚਾ ਕੀਤਾ ਤਕਰੀਬਨ ਸਾਡਾ 10 ਕੁ ਲੱਖ ਰੁਪਈਆ ਲੱਗ ਗਿਆ। ਅੱਛਾ, 10 ਕੁ ਲੱਖ ਰੁਪਈਆ ਸਾਡਾ ਇਹਦੇ 'ਤੇ ਲੱਗ ਗਿਆ। ਖੁਰਲੀ ਬਣਾਈ, ਥੱਲੇ ਫਰਸ਼, ਉੱਤੇ ਛੱਤ, ਇਹ ਆਪਣਾ ਜਗ੍ਹਾ ਵੀ ਅਸੀਂ ਨਵੀਂ ਲੈ ਕੇ ਬਣਾਇਆ, ਤੇ ਤਕਰੀਬਨ 10 ਕੁ ਲੱਖ ਦੇ ਰਾਉਂਡ ਬਾਉਂਡ ਸਾਡਾ ਖਰਚਾ। 10 ਲੱਖ ਟੋਟਲੀ ਤੁਹਾਡਾ ਖਰਚਾ ਹੈ? ਹਾਂਜੀ। ਤੇ ਇਹ ਖਰਚਾ ਤੁਸੀਂ ਇਨਸ਼ਾਅੱਲਾ ਤਾਲਾ ਜਾਨਵਰ ਤੁਸੀਂ ਹਾਸਲ ਕਰ ਲਓਗੇ? ਹਾਂਜੀ ਹਾਂਜੀ, ਇਨਸ਼ਾਅੱਲਾ ਅਸੀਂ ਸਾਡੀ ਕੋਸ਼ਿਸ਼ ਹੈ ਕਿ ਇਹ ਕਰਮ ਵਾਲੀਆਂ ਸਾਨੂੰ ਦੇਣ ਵੀ ਡਈਆਂ ਨੇ, ਪਹਿਲੇ ਵੀ ਦੇ ਚੁੱਕੀਆਂ। ਅਸੀਂ ਕਿਹੜਾ ਵੀ ਹੁਣ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ, ਸਾਡਾ ਸ਼ੁਰੂ ਤੋਂ ਫਿਰ ਰੂਟੀਨ ਵਡੇਰਿਆਂ ਨੇ ਥੋੜ੍ਹੀਆਂ ਰੱਖੀਆਂ ਸਨ, ਅਸੀਂ ਵਧਾ ਲਈਆਂ ਨੇ। ਅਸੀਂ ਹੁਣ ਵੀ ਕਾਫੀ ਤਕਰੀਬਨ 4-5 ਮੱਝਾਂ ਤਾਜ਼ੀਆਂ ਵੇਚੀਆਂ ਨੇ, ਹੁਣ ਟੁਕੜਾਂ ਲੈ ਕੇ ਆਵਾਂਗੇ। ਅਸੀਂ ਜਾਂਦੇ ਹਾਂ ਫੈਸਲਾਬਾਦ, ਇੱਥੇ ਆਪਣਾ ਜੇਲਮ, ਸਰਾਏ ਆਲਮਗੀਰ, ਉੱਥੋਂ ਵਾੜਿਆਂ 'ਚ ਫਿਰ ਕੇ ਟੁਕੜਾਂ ਮੱਝਾਂ ਲੈ ਕੇ ਆਏ। ਤੁਹਾਨੂੰ ਸਹੀ ਮੱਝ ਜਿਹੜੀ ਮੰਡੀ 'ਚੋਂ ਬੜੇ ਘਾਟੇ ਤੇ ਨੁਕਸਾਨ ਹੁੰਦੇ ਆ, ਮੱਝ ਲੈਣ 'ਚ ਬੜੀ ਟੈਨਸ਼ਨ ਹੁੰਦੀ ਹੈ, ਤੁਹਾਨੂੰ ਇਲਾਕਾ ਫਿਰ ਕੇ ਮੱਝ ਚੰਗੀ ਲੱਭਦੀ ਹੈ ਜਾਂ ਮੰਡੀ 'ਚ ਜਾ ਕੇ ਤੁਹਾਨੂੰ ਚੰਗੀ ਲੱਭ ਜਾਂਦੀ ਹੈ? ਨਹੀਂ, ਇਹ ਤੇ ਆਪਣਾ ਇਲਾਕੇ 'ਚ ਵੀ ਮੱਝ ਚੰਗੀ ਲੱਭ ਜਾਂਦੀ, ਲੇਕਿਨ ਮੰਡੀ 'ਚ ਦਿਲ ਮੁਤਮਿਨ ਨਹੀਂ ਹੁੰਦਾ। ਮੰਡੀ ਦੇ ਵਿੱਚ ਨਾ ਬੜਾ 2 ਨੰਬਰੀ ਬਹੁਤ ਬੜਾ ਚਿਕੰਨਾ ਹੋ ਕੇ ਜਾਨਵਰ ਲੈਣਾ ਪੈਂਦਾ। ਬੜੇ ਬੜੇ ਜਿਹੜੇ ਕਾਰੋਬਾਰੀ ਬੰਦੇ ਨੇ, ਵਪਾਰੀ ਨੇ, ਉਹਨਾਂ ਨੂੰ ਵੀ ਦਾਅ ਲੱਗ ਜਾਂਦਾ। अच्छी वीडियोस के लिए हमारे चैनल किसान दोस्त 311 को सब्सक्राइब करें और दोस्तों के साथ शेयर करना मत भूलिए। शुक्रिया। ਤੇ ਸੇਲ ਅਸੀਂ ਇੱਥੇ ਆਪਣਾ
ਇਲਾਕੇ 'ਚ ਹੀ ਵਪਾਰੀਆਂ ਨੂੰ ਸੇਲ ਕਰਦੀ ਨਹੀਂ। ਅੱਛਾ, ਇਹ ਆਪਣੇ ਤੁਸੀਂ ਹਾਂ, ਜਾਨਵਰ ਲੋਕ ਵਪਾਰੀਆਂ ਨੂੰ ਨਹੀਂ, ਮੰਡੀ 'ਚ ਨਹੀਂ ਖੜੇ ਅਸੀਂ, ਇਹ ਵਪਾਰੀਆਂ ਨੂੰ ਵੀ ਪਤਾ ਵੀ ਇਹਨਾਂ ਕੋਲ ਜਾਨਵਰ ਹਰ ਮਹੀਨੇ 1-2 ਤਿਆਰ ਹੋ ਜਾਂਦਾ, ਉਹ ਸਾਡੇ ਨਾਲ ਰਾਬਤੇ 'ਚ ਰਹਿੰਦੇ ਨੇ, ਅਸੀਂ ਉਹਨਾਂ ਨੂੰ ਜਾਨਵਰ ਦੇ ਦਈਦਾ। ਤੇ ਬਿਮਾਰੀਆਂ ਤੋਂ ਬਚਾਉਣ ਲਈ ਕੀ ਜਾਨਵਰਾਂ ਦਾ ਖਿਆਲ ਰੱਖਦੇ ਹੋ? ਕੀ ਇਹਨਾਂ ਤਰੀਕੇਕਾਰ ਡਾਕਟਰ ਤੁਹਾਨੂੰ ਟਾਈਮ ਸਿਰ ਮਿਲ ਜਾਂਦਾ ਹੈ ਕਿ ਨਹੀਂ ਮਿਲਦਾ? ਹਾਂ, ਡਾਕਟਰ ਸਰਕਾਰੀ ਤੇ ਇੰਜੀ ਹੈ, ਤੇ ਬਾਕੀ ਦੂਸਰੇ ਡਾਕਟਰ ਮਿਲ ਜਾਂਦੇ ਨੇ, ਤੇ ਪ੍ਰਾਈਵੇਟ ਡਾਕਟਰ ਉਹ ਮਿਲ ਜਾਂਦੇ ਨੇ। ਬਾਕੀ ਕੋਈ ਆਪਣੀ ਦੇਸੀ ਟੋਟਕੇ ਵੀ ਜਿਹੜੇ ਨੇ ਉਹ ਵੀ ਕਰ ਲਈਦੇ ਨੇ। ਦੇਸੀ ਟੋਟਕੇ ਕੀ ਕਰ ਲੈਂਦੇ ਹੋ ਇਹਨਾਂ ਨੂੰ ਦੁੱਧ ਦੀ ਪੈਦਾਵਾਰ ਵਧਾਉਣ ਲਈ? ਦੁੱਧ ਦੀ ਪੈਦਾਵਾਰ ਜਿਹੜੀ ਗਰਮੀ ਦੇ ਵਿੱਚ ਹੈ, ਹੁਣ ਤੇ ਗਰਮੀ ਕਾਫੀ ਹੈ, ਤੇ ਫਿਰ ਵੀ ਚਲੋ ਆਪਣਾ ਵੰਡਾ ਤੇ ਮਸਾਲਾ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ ਤੇਲ ਤੇ ਲਾਲ ਮਿਰਚਾਂ, ਦਾਦੜ ਮਿਰਚਾਂ ਜਾਂ ਪੀਸੀਆਂ ਮਿਰਚਾਂ ਇਹ ਤੇਲ 'ਚ ਪਾ ਕੇ ਉਹ ਵਾਈ ਵੀ ਚੁੱਕਦੀਆਂ ਨੇ, ਦੁੱਧ ਵੀ ਵੱਧਦਾ ਤੇ ਜਾਨਵਰ ਵੀ ਆਪਣਾ ਠੀਕ ਰਹਿੰਦਾ। ਸਹੀ ਹੋ ਗਿਆ। ਤੇ ਜਿਹੜਾ ਤੁਸੀਂ ਆ ਪੱਖਿਆਂ ਦਾ ਇੰਤਜ਼ਾਮ ਸਾਰਾ ਕੀਤਾ, ਜਿਹੜੀਆਂ ਤੁਸੀਂ ਆਸਟ੍ਰੇਲੀਅਨ ਐਂਡ ਤੱਕ ਗਾਈਆਂ ਨਜ਼ਰ ਆ ਰਹੀਆਂ ਨੇ, ਖਾਸ ਕਰ ਉਹਨਾਂ ਲਈ ਕੀਤਾ? ਨਹੀਂ, ਅਸੀਂ ਸਾਰੇ ਜਾਨਵਰਾਂ ਵਾਸਤੇ ਕੀਤਾ, ਸਾਰੇ ਜਾਨਵਰਾਂ ਵਾਸਤੇ। ਆ ਜਾਨਵਰਾਂ ਵਾਸਤੇ ਹੋ ਗਏ, ਅਸੀਂ ਆਪ ਬਹਿੰਦੇ ਉੱਠਦੇ ਹਾਂ, ਉਹ ਸਾਡੀ ਉਹ ਜਗ੍ਹਾ, ਤੇ ਉੱਥੇ ਅਸੀਂ ਇੰਤਜ਼ਾਮ ਜਿਹੜਾ ਆਪਣਾ ਸਾਰੇ ਜਾਨਵਰਾਂ ਦਾ ਵੀ, ਜਾਨਵਰਾਂ ਨੂੰ ਗਰਮੀ ਲੱਗਦੀ ਤੇ ਸਾਨੂੰ ਵੀ ਲੱਗਦੀ, ਤੇ ਜਾਨਵਰਾਂ ਨੂੰ ਲੱਗਦੀ, ਮਾਲਕ ਨੂੰ ਫਿਰ ਇਸ ਤਰ੍ਹਾਂ ਹੀ ਗਰਮੀ ਜਾਨਵਰ ਨੂੰ ਲੱਗੇ ਤੇ ਮਾਲਕ ਨੂੰ ਲੱਗਣੀ ਚਾਹੀਦੀ ਵੀ ਹੈ। ਇੱਕ ਮੇਰਾ ਮੈਸੇਜ ਜਿਹੜੇ ਭਾਈ ਕਾਰੋਬਾਰ ਨਵਾਂ ਕਰਦੇ ਨੇ, ਫਾਰਮ ਦਾ ਉਹਨਾਂ ਦਾ ਸ਼ੌਕ ਹੈ, ਫਾਰਮ ਬਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਮੈਂ ਇਹ ਮਸ਼ਵਰਾ ਦਿੰਦਾ ਕਿ ਜੇ ਤੁਸੀਂ ਉਸ ਫਾਰਮ ਨੂੰ ਟਾਈਮ ਨਹੀਂ ਨਾ ਦੇ ਸਕਦੇ, ਉਸ ਫਾਰਮ ਨੂੰ ਤੁਹਾਡਾ ਭਾਈ, ਤੁਸੀਂ ਜਾਂ ਤੁਹਾਡਾ ਕੋਈ ਵਾਲਦ ਉਸ ਫਾਰਮ ਨੂੰ ਜਾਂ ਉਸ ਆਪਣਾ ਮਾਲ ਨੂੰ ਟਾਈਮ ਨਹੀਂ ਦੇ ਸਕਦਾ, ਉਹ ਬਿਲਕੁਲ ਹਰਗਿਜ਼ ਇਹ ਕੰਮ ਨਾ ਕਰਨ। ਇਹ ਕੰਮ ਬਹੁਤ ਜ਼ਿੰਮੇਵਾਰੀ ਦਾ, ਇਹਨੂੰ ਟਾਈਮ ਦੇਣਾ ਚਾਹੀਦਾ। ਨੌਕਰਾਂ ਤੇ ਜਾਂ ਕਿਸੇ ਤੇ ਛੱਡਣ ਵਾਲੀ ਜਾਂ ਇਹ ਜਿਹੜੀ ਹੈ ਨਾ, ਬਿਲਕੁਲ ਇਸ ਕੰਮ ਦੇ ਵਿੱਚ ਬਿਲਕੁਲ ਗਫਲਤ ਲਾਪਰਵਾਹੀ ਨਹੀਂ ਚੱਲਦੀ। ਸਹੀ ਹੈ। ਮਤਲਬ ਅਗਰ ਤੁਸੀਂ ਫਾਰਮ ਬਣਾਉਣਾ ਜਾਂ ਜਾਨਵਰ 2 ਰੱਖਣੇ ਜਾਂ 200 ਰੱਖਣਾ, ਉਹਦੇ ਲਈ ਆਪਣਾ ਟਾਈਮ ਦੇਣਾ ਜ਼ਰੂਰੀ ਹੈ। ਬਿਲਕੁਲ, ਅਗਰ ਆਪ ਟਾਈਮ ਨਹੀਂ ਦਿੰਦੇ ਤੇ ਉਹ ਨੁਕਸਾਨ ਹੈ। ਨੁਕਸਾਨ ਸਰਾਸਰ ਨੁਕਸਾਨ, ਪੜ੍ਹਿਆ ਲਿਖਿਆ ਸਾਹਮਣੇ ਨੁਕਸਾਨ ਹੈ ਕਿ ਤੁਸੀਂ ਜਦੋਂ ਜਾਨਵਰ ਨੂੰ ਟਾਈਮ ਨਹੀਂ ਨਾ ਦੇਣਾ, ਉਹ ਬਿਲਕੁਲ ਨੁਕਸਾਨ ਹੈ। ਤੁਸੀਂ ਕਾਮਯਾਬ ਇਸ ਕੰਮ ਨੂੰ ਜੇ ਤੁਸੀਂ ਕਰਨਾ, ਤੁਸੀਂ ਜ਼ਿਹਨ ਬਣਾ ਲਓ ਕਿ ਮੈਂ ਇਸ ਕੰਮ ਨੂੰ ਟਾਈਮ ਦੇ ਸਕਾਂਗਾ, ਤੁਸੀਂ ਉਹ ਕੰਮ ਕਰਨਾ, ਵਰਨਾ ਤੁਸੀਂ ਕੰਮ ਨਹੀਂ ਕਰਨਾ। ਚਾਹੋ ਅਗਰ ਤੁਸੀਂ 25 ਤੋਂ 30 ਜਾਨਵਰ ਰੱਖੇ ਨੇ ਤੇ 24 ਘੰਟੇ ਇਹਨਾਂ ਦੇ ਸਿਰ ਤੇ ਰਹਿ ਰਹੇ ਹੋ, ਟਾਈਮ ਦੇ ਰਹੇ ਹੋ, ਤੇ ਫਿਰ ਹੀ ਆ ਕਾਮਯਾਬ। ਨਾਲ ਸਾਡਾ ਘਰ ਹੈ, ਫਿਰ ਵੀ ਅਸੀਂ ਸਾਰਾ ਦਿਨ ਇੱਥੇ 2 ਭਾਈ ਆ 3 ਮੁਲਾਜ਼ਮ ਨੇ, ਫਿਰ ਵੀ ਅਸੀਂ ਸਾਰਾ ਦਿਨ ਉਹ ਸਾਹਮਣੇ ਪੱਖਾ ਲੱਗਾ ਨੇਮੇ, ਇੱਥੇ ਸਾਰਾ ਦਿਨ ਅਸੀਂ ਰਹਿੰਦੇ ਹਾਂ। ਜੇ ਕੋਈ ਜਾਨਵਰ ਨੂੰ ਪਾਣੀ ਦੀ ਆਪਣਾ ਤਲਬ, ਉਹਨੂੰ ਪਾਣੀ ਪਿਆਈਦਾ, ਜਿਹਨੂੰ ਪੱਠੇ ਦੀ ਉਹਨੂੰ ਪੱਠਾ ਆਪਣਾ ਪਵਾਈਦਾ। ਇਹ ਗੱਲ, ਇਹ ਜਿਹੜੀ ਮੈਨੇਜਮੈਂਟ ਹੈ ਨਾ, ਇਹ ਜਿੰਨੇ ਤੱਕ ਮਾਲਕ ਸਿਰ ਤੇ ਨਾ ਹੋਵੇ, ਜੇ ਮਾਲਕ ਕਹੇ ਕਿ ਮੈਂ ਪੈਸੇ ਲਾ ਕੇ ਤੇ ਆਪ ਸ਼ਹਿਰ ਕੋਠੀਆਂ 'ਚ ਰਹਿਣਾ, ਉਹ ਕਾਮਯਾਬ ਨਹੀਂ। ਬਹੁਤ ਸ਼ੁਕਰੀਆ ਸਰ, ਤੁਸੀਂ ਸਾਨੂੰ ਅੱਜ ਟਾਈਮ ਦਿੱਤਾ ਤੇ ਆਪਣੇ ਜਾਨਵਰਾਂ ਦੇ ਬਾਰੇ ਇਨਫੋਰਮੇਸ਼ਨ ਦਿੱਤੀ। अच्छी वीडियोस के लिए हमारे चैनल किसान दोस्त 311 को सब्सक्राइब करें और दोस्तों के साथ शेयर करना मत भूलिए। शुक्रिया।